ਵਾਹਿਗੁਰੂ ਸਾਹਿਬ ਜੀ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਵਡਭਾਗੀ ਜਨੋ। ਸਾਹਿਬਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਸੰਗਤ ਰੂਪ ਵਿੱਚ ਜੁੜ ਬੈਠੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹਰ ਸਿੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਦੀ ਜੋਤ ਮੰਨਦੇ ਆ। ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਵਿੱਚ ਪ੍ਰਕਾਸ਼ਮਾਨ ਹੋਏ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ਬਦ ਲੈ ਕੇ। ਭਾਈ ਗੁਰਦਾਸ ਜੀ ਨੇ ਦੋ ਜਗ੍ਹਾ 'ਤੇ ਇੱਕ ਸ਼ਬਦ ਅੰਕਿਤ ਕੀਤਾ ਹੈ, ਕਿਤਾਬ। ਆਸਾ ਹੱਥ ਕਿਤਾਬ ਕੱਛ। ਇੱਕ ਜਗ੍ਹਾ 'ਤੇ ਮਹਾਰਾਜ ਜੀ ਭਾਈ ਗੁਰਦਾਸ ਜੀ ਲਿਖਦੇ ਨੇ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਿਮ ਨੋਈ। ਆਪ ਜੀ ਗੁਰੂ ਫਤਿਹ ਦੀ ਸਾਂਝ ਪਾਓ, 15 ਕੁ ਮਿੰਟ ਦਾ ਸਮਾਂ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਨੇ ਆਪ ਜੀ ਦੇ ਦਰਸ਼ਨ ਕਰਨੇ ਨੇ। ਜਿਨ੍ਹਾਂ ਨੇ ਲੰਗਰ ਛਕ ਲਿਆ ਉਹ ਆ ਜਾਓ। ਮੈਂ ਨਿੱਜੀ ਤੌਰ 'ਤੇ ਮੰਨਦਾ ਕਿ ਦੀਵਾਨ ਦੀ ਸਮਾਪਤੀ 'ਤੇ ਲੰਗਰ ਹੋਣਾ ਚਾਹੀਦਾ। ਸੰਗਤ ਇਕਾਗਰ ਹੋ ਕੇ ਜਲ ਪਾਣੀ ਛਕੇ ਬਹਿ ਜਾਏ, ਪਰ ਚੱਲਦੀ ਰੀਤ ਚੱਲਣਾ ਪੈਂਦਾ। ਸੰਗਤ ਨੂੰ ਕੁਝ ਨਿਯਮ ਬਣਾਉਣੇ ਪੈਣੇ ਨੇ। ਆਪ ਜੀ ਗੁਰੂ ਫਤਿਹ ਦੀ ਸਾਂਝ ਪਾਓ, ਗੱਜ ਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਕੋਲੋਂ ਸ਼ਬਦ ਲੈ ਕੇ ਗੁਰੂ ਨਾਨਕ ਸਾਹਿਬ ਜੀ ਆਏ ਨੇ ਤਾਂ ਮਹਾਰਾਜ ਜੀ ਕਹਿੰਦੇ ਨੇ, ਇਹ ਬਾਣੀ ਵਿੱਚ ਅੰਕਿਤ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲੋ। ਜਿਹੋ ਜਿਹਾ ਮੈਨੂੰ ਵਾਹਿਗੁਰੂ ਦਾ ਹੁਕਮ ਹੁੰਦਾ ਮੈਂ ਤੁਹਾਨੂੰ ਦੇ ਰਿਹਾ ਹਾਂ। ਫਿਰ ਇੱਕ ਜਗ੍ਹਾ 'ਤੇ ਬਚਨ ਆਇਆ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਜੈਸਾ ਵਾਹਿਗੁਰੂ ਜੀ ਹੁਕਮ ਕਰਦੇ ਸਨ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਪੋਥੀ ਵਿੱਚ ਲਿਖਦੇ ਸਨ। ਭਾਈ ਗੁਰਦਾਸ ਜੀ ਨੇ ਕਿਤਾਬ ਕਿਉਂ ਕਿਹਾ? ਕਿਉਂਕਿ ਇਸਲਾਮ ਦਾ ਸ਼ਬਦ ਹੈ ਕਿਤਾਬ। ਕਿਤਾਬ ਦਾ ਅਰਥ ਹੈ ਕੁਰਾਨ। ਸੋ ਸਤਿਗੁਰੂ ਇਸਲਾਮਕ ਦੇਸ਼ਾਂ ਵਿੱਚ ਜਾਂਦੇ ਨੇ, ਉਹ ਕਹਿੰਦੇ ਨੇ ਸਾਡੀ ਤਾਂ ਕਿਤਾਬ ਕਹਿ ਰਹੀ ਹੈ ਕਿ ਮੁਸਲਮਾਨ ਵੱਡਾ ਹੈ, ਤੁਸੀਂ ਹਿੰਦ ਦੇਸ਼ ਵਿੱਚੋਂ ਆਏ ਹੋ, ਤੁਹਾਡੀ ਕਿਤਾਬ ਕੀ ਕਹਿੰਦੀ ਹੈ ਕੌਣ ਵੱਡਾ ਹੈ? ਜਿਹਨੂੰ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹੋ, ਇਹਦਾ ਮੁੱਢ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੰਨ੍ਹਿਆ। ਅਤੇ ਮਹਾਰਾਜ ਜੀ ਨੇ ਫਿਰ ਆਪਣੀ ਪੋਥੀ ਖੋਲ੍ਹ ਕੇ ਪ੍ਰਕਾਸ਼ ਕਰਕੇ ਕਿਹਾ ਸੀ, ਬਾਬਾ ਆਖੈ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ। ਤੁਹਾਡੇ ਅਮਲ ਚੰਗੇ ਹੋਣਗੇ ਤਾਂ ਵਾਹਿਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਵੋਗੇ, ਨਹੀਂ ਤਾਂ ਤੁਸੀਂ ਕਦੀ ਪ੍ਰਵਾਨ ਨਹੀਂ ਹੋ ਸਕਦੇ। ਉਸ ਅਮਲਾਂ ਦੀ ਗੱਲ, ਉਹਨਾਂ ਸ਼ੁਭ ਗੁਣਾਂ ਦੀ ਗੱਲ, ਉਸ ਵਾਹਿਗੁਰੂ ਦੀ ਬੰਦਗੀ ਦੀ ਗੱਲ ਸਤਿਗੁਰੂ ਜੀ ਨੇ ਸੰਸਾਰ ਨੂੰ ਦਿੱਤੀ ਹੈ। ਕਿੱਡਾ ਵੱਡਾ ਡਾਇਵਰਸਿਟੀ ਦੀ ਗੱਲ ਅੱਜ ਵੈਸਟ ਵਿੱਚ ਚੱਲਦੀ ਹੈ। ਡਾਇਵਰਸਿਟੀ ਕਿ ਦੂਜਿਆਂ ਦੇ ਵੀ ਵਿਚਾਰਾਂ ਨੂੰ, ਸੁਭਾਅ ਨੂੰ, ਰੂਪ ਰੰਗ ਨੂੰ, ਕਲਚਰ ਨੂੰ ਥਾਂ ਦਿਓ, ਸਤਿਕਾਰ ਦਿਓ। ਸਭ ਤੋਂ ਵੱਡੀ ਡਾਇਵਰਸਿਟੀ ਜੇ ਸੰਸਾਰ ਵਿੱਚ ਹੈ ਸੰਗਤ, ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹੈ। ਕਿੱਥੇ ਭਗਤ ਨਾਮਦੇਵ ਜੀ, ਕਿੱਥੇ ਭਗਤ ਕਬੀਰ ਜੀ, ਕਿੱਥੇ ਭਗਤ ਤਲੋਚਨ ਜੀ, ਕਿੱਥੇ ਬਾਬਾ ਸ਼ੇਖ ਫਰੀਦ ਜੀ, ਕਿੱਥੇ ਬਾਬਾ ਨਾਮਦੇਵ ਜੀ। ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਇਕੱਤਰ ਕਰਕੇ ਆਪਣੀ ਪੋਥੀ ਦੇ ਨਾਲ ਲੈ ਆਂਦੀ ਹੈ। ਇਸ ਤੋਂ ਵੱਡਾ ਸੰਸਾਰ ਵਿੱਚ ਮੈਂ ਇੰਨੀ ਬੇਨਤੀ ਕਰਦੇ ਹਾਂ, ਲੜਾਈ ਸੀ ਉਸ ਜਿਹੜਾ ਡਿਸਕ੍ਰਿਮੀਨੇਟ ਕਰਦਾ ਹੈ ਧਰਮ ਦੇ ਨਾਂ 'ਤੇ, ਵਿਪਰਵਾਦ ਦੇ ਨਾਲ। ਜਿਹੜਾ ਕਹਿੰਦਾ ਮੈਂ ਤੈਨੂੰ ਮੰਦਰ 'ਚ ਨਹੀਂ ਵੜਨ ਦੇਣਾ, ਸ਼ੋਧ ਸ਼ੋਧ ਕਰ ਪਕੜ ਉਠਾਇਓ ਕਹਾਂ ਕਰੋ ਬਾਪ ਬੀਠਲਾ। ਜਿਹੜਾ ਕਹਿੰਦਾ ਸੀ ਮੰਦਰ 'ਚ ਨਹੀਂ ਵੜਨ ਦੇਣਾ, ਗੁਰੂ ਨਾਨਕ ਸਾਹਿਬ ਜੀ ਨੇ ਲਿਆ ਕੇ ਪ੍ਰਕਾਸ਼ਮਾਨ ਕਰ ਦਿੱਤਾ। ਕਹਿਣ ਲੱਗੇ ਤੂੰ ਮੰਦਰ 'ਚ ਨਹੀਂ ਸੀ ਵੜਨ ਦਿੰਦਾ, ਜਦੋਂ ਮੇਰੇ ਕੋਲ ਆਏਗਾ ਤੂੰ ਭਗਤ ਨਾਮਦੇਵ ਨੂੰ ਵੀ ਮੱਥਾ ਟੇਕੇਗਾ। ਇਹ ਰੈਵੋਲੂਸ਼ਨ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਇਕੱਤਰ ਕੀਤੀ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਹੈ, ਜਨਮ ਸਾਖੀਆਂ 'ਚ ਜ਼ਿਕਰ ਆਉਂਦਾ, ਗੁਰੂ ਜੋਤ ਦਿੱਤੀ। ਉਹ ਜੋਤ ਸੀ ਗੁਰਬਾਣੀ ਦੀ ਪੋਥੀ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਈ। ਉਹ ਜੋਤ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਦੇਖ ਕੇ ਗੁਰੂ ਅੰਗਦ ਦੇਵ ਬਣਾ ਦਿੱਤਾ।
ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਉਚਾਰਨ ਕਰਕੇ ਸ਼ਲੋਕਾਂ ਦੇ ਰੂਪ ਵਿੱਚ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ ਦਿੱਤੀ, ਉਹ ਬਾਣੀ ਦੀ ਪੋਥੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਹੋਈ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਗੱਦੀ ਮਿਲਦੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਬਾਣੀ ਉਚਾਰ ਕੇ, ਜਿਹੜੀ ਰੋਜ਼ ਤੁਸੀਂ ਬਾਣੀ ਆਨੰਦ ਸਾਹਿਬ ਜੀ ਦੀ ਪੜ੍ਹਦੇ ਹੋ, ਸਮੇਤ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤੀ ਹੈ। ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਪੱਖ ਲੈ ਰਿਹਾ। ਸੰਗਤ ਗੁਰੂ ਸਾਹਿਬ ਜੀ ਦੇ ਸਮੇਂ ਕਿਹੋ ਜਿਹੀ ਸੀ, ਅੱਜ ਇਹ ਖਿਆਲ ਨਹੀਂ ਦਿੱਤਾ ਜਾ ਰਿਹਾ। ਭਾਈ ਜੇਠਾ ਜੀ ਅਨਾਥ ਸਨ, 5 ਸਾਲ ਦੀ ਉਮਰ ਵਿੱਚ ਬਾਸਰ ਕੇ ਆਏ, 10 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਦੀ ਸੰਗਤ ਵਿੱਚ ਆਏ। ਉਸ ਤੋਂ ਪਹਿਲੋਂ ਦੁਨਿਆਵੀ ਅੱਖਰ ਇੱਕ ਸ਼ਬਦ ਨਹੀਂ ਸੀ ਪੜ੍ਹਿਆ। ਮਾਤਾ ਪਿਤਾ ਚੜ੍ਹਾਈ ਕਰਕੇ ਅਨਾਥ ਹੋ ਗਏ, ਨਾਨੀ ਪੜ੍ਹਾ ਨਹੀਂ ਸੀ ਸਕਦੀ, ਘੁੰਗਣੀਆਂ ਵੇਚਦੇ ਸਨ। ਅਸੀਂ ਗੋਇੰਦਵਾਲ ਸਾਹਿਬ ਇੱਕ ਪੱਖ ਲਿਆ ਕਿ ਉਹਨਾਂ ਨੇ ਕਈ ਤੇ ਟੋਕਰਾ ਲੈ ਕੇ ਸੇਵਾ ਕੀਤੀ। ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਵਿੱਚ ਰਹਿ ਕੇ ਗੁਰਮੁਖੀ, ਗੁਰਬਾਣੀ ਸੰਗੀਤ ਤੇ ਇਸ ਤੋਂ ਇਲਾਵਾ ਰਾਜਨੀਤੀ ਨੂੰ ਪੜ੍ਹਿਆ। ਅਕਬਰ ਦੇ ਦਰਬਾਰ ਵਿੱਚ ਜਦੋਂ ਬ੍ਰਾਹਮਣਾਂ ਨੇ ਸ਼ਿਕਾਇਤ ਕੀਤੀ ਸੀ, ਭਾਈ ਜੇਠਾ ਜੀ ਨੇ ਸਾਰਿਆਂ ਨੂੰ ਚੁੱਪ ਕਰਾਇਆ ਸੀ ਗੁਰਮਤਿ ਦੀ ਗੱਲ ਕਰਕੇ। ਐਸੀ ਤਿਆਰੀ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਸੀ। ਅੱਜ ਸਿੱਖ ਸਕਾਲਰ ਗੁਰਦੁਆਰਿਆਂ 'ਚੋਂ ਤਿਆਰ ਹੋਣੇ ਸੀ। ਖਿਮਾ ਕਰਨਾ, ਅਸੀਂ ਸਿੱਖ ਸਕਾਲਰ ਬਾਰੇ ਸੋਚ ਨਹੀਂ ਰਹੇ। ਅੱਜ ਜਿਹੜਾ 4 ਕੁ ਬੰਦੇ ਲੈ ਕੇ ਇਕੱਠੇ ਹੋ ਕੇ ਆਉਂਦਾ, ਉਹੀ ਆਪਣੇ ਆਪ ਨੂੰ ਸਕਾਲਰ ਸਮਝਦਾ ਹੈ। ਗੁਰੂ ਪਿਆਰੀ ਸਾਧ ਸੰਗਤ, ਜਦੋਂ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਲਿਖੀ, ਗੁਰਬਾਣੀ ਦੀ ਪੋਥੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਨਿਰਮਾਣ ਕਰਵਾਇਆ। ਸ਼ੁਰੂਆਤ ਗੁਰੂ ਰਾਮਦਾਸ ਜੀ ਨੇ ਕਰਵਾਈ ਸੀ। 5 ਸਰੋਵਰ ਬਣਾਏ, ਸੰਤੋਖਸਰ, ਅੰਮ੍ਰਿਤਸਰ, ਰਾਮਸਰ ਸਾਹਿਬ, ਬਬੇਕਸਰ ਤੇ ਕੌਲਸਰ ਸਾਹਿਬ। ਇਹ 5 ਸਰੋਵਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਣਵਾਏ ਨੇ। ਇਤਿਹਾਸ ਕੀ ਹੈ ਪਹਿਲੇ ਪ੍ਰਕਾਸ਼ ਪੁਰਬ ਦਾ? 3 ਕਾਰਨ ਇਤਿਹਾਸਕਾਰਾਂ ਲਿਖੇ। ਪਹਿਲਾ ਸੀ ਅਕਾਲ ਪੁਰਖ ਦਾ ਹੁਕਮ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹਦੇ ਕਰਕੇ ਇਹ ਪੰਥ ਪ੍ਰਗਟ ਹੋਇਆ ਹੈ, ਅਬ ਸੰਸਾਰ ਵਿੱਚ ਪ੍ਰਗਟਿਓ ਪੰਥ, ਤਹ ਕਾਰਨ ਕੀਜੈ ਅਬ ਗ੍ਰੰਥ। ਪੰਥ ਪ੍ਰਕਾਸ਼ ਹੋ ਗਿਆ। ਪੰਥ ਨੂੰ ਏਕੇ ਵਿੱਚ ਬੰਨਣ ਵਾਸਤੇ ਗ੍ਰੰਥ ਦੀ ਜ਼ਰੂਰੀ ਹੈ। ਦੂਜੀ ਬੇਨਤੀ ਕਰਦਿਆਂ, ਦਰਬਾਰ ਸਾਹਿਬ ਦੇ ਵਿੱਚ ਰਬਾਬੀਆਂ ਨੇ ਪਿਰਥੀ ਚੰਦ ਦੇ ਪੁੱਤਰ ਮਿਹਰਵਾਨ ਦੀ ਕੱਚੀ ਰਚਨਾ ਪੜ੍ਹੀ। ਹੌਲੀ ਹੌਲੀ ਬਹੁਤ ਕੁਝ ਹੋਏਗਾ। ਉਹ ਜਦੋਂ ਕੱਚੀ ਰਚਨਾ ਪੜ੍ਹੀ, ਸੰਗਤ ਬੜੀ ਸੁਚੇਤ ਸੀ। ਉਹਦੀ ਕਵਿਤਾ ਨੂੰ ਸੁਣ ਕੇ ਸੰਗਤ ਨੇ ਮਹਾਰਾਜ ਨੂੰ ਕਿਹਾ, ਮਹਾਰਾਜ ਅੱਜ ਰਬਾਬੀਆਂ ਨੇ ਕੱਚੀ ਰਚਨਾ ਪੜ੍ਹੀ ਹੈ। ਤੇ ਮਹਾਰਾਜ ਜੀ ਨੇ ਉੱਥੇ ਫਿਰ ਵਿਚਾਰ ਕੀਤੀ। ਭਾਈ ਗੁਰਦਾਸ ਜੀ ਨੂੰ ਸੱਦਿਆ, ਕਹਿਣ ਲੱਗੇ, ਮੀਣੀਏ ਪਾਉਣ ਨੇ ਰਲਾ, ਆਓ ਜੁਦਾ ਕਰ ਧਰੀਏ। ਗੁਰੂ ਦੀ ਸੱਚੀ ਬਾਣੀ ਵੱਖ ਕਰੀਏ। ਕਿਉਂਕਿ ਮਿਹਰਵਾਨ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਵਰਤੋਂ ਕਰਦਾ ਸੀ। ਅੱਜ ਸਾਨੂੰ ਪਤਾ ਹੀ ਨਹੀਂ ਸਾਡੇ ਘਰਾਂ ਵਿੱਚ ਕੱਚੀ ਰਚਨਾ ਕਿਵੇਂ ਆ ਗਈ। ਸਾਡੇ ਵਿਆਹ ਕਾਰਡਾਂ 'ਤੇ ਲਿਖਿਆ, ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕੇ ਕਾਰਜ ਆਪ ਸਵਾਰੇ, ਇਹ ਤੇਰੀ ਵਡਿਆਈ। ਗੁਰਬਾਣੀ ਦਾ ਸ਼ਬਦ ਨਹੀਂ ਹੈ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਗੁਰਬਾਣੀ ਦਾ ਸ਼ਬਦ ਨਹੀਂ ਹੈ। ਇੱਕੋ ਸਿਮਰੀਐ ਨਾਨਕਾ ਜੋ ਜਲ ਥਲ ਰਹਿਆ ਸਮਾਏ, ਦੂਜਾ ਕਾਹੇ ਸਿਮਰੀਐ ਜੋ ਜੰਮੇ ਤੇ ਮਰ ਜਾਏ। ਗੁਰਬਾਣੀ ਦਾ ਸ਼ਬਦ ਨਹੀਂ ਹੈ। ਕਿਉਂ ਪਤਾ ਨਹੀਂ ਲੱਗ ਰਿਹਾ? ਕਿਉਂਕਿ ਅਸੀਂ ਖੁਦ ਗੁਰਬਾਣੀ ਨਹੀਂ ਪੜ੍ਹ ਰਹੇ। ਗੁਰਬਾਣੀ ਲਗਾਤਾਰ ਸਹਿਜ ਪਾਠ ਜੀਵਨ 'ਚ ਚੱਲੇਗਾ। ਮੈਂ ਸਮਾਪਤੀ ਕਰਨ ਲੱਗਿਆ 2 ਗੁਰਮਤਿ ਤੁਹਾਡੇ ਸਾਹਮਣੇ ਰੱਖਣੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਬੁਲਾਇਆ। ਬਾਬਾ ਬੁੱਢਾ ਜੀ ਦੀ ਸੇਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੂੰ ਗੁਰਮਤਿ ਦੇ ਨਾਲ ਜੋੜਨ ਦੀ ਭਾਈ ਗੁਰਦਾਸ ਜੀ ਨੂੰ ਕੋਲ ਬਿਠਾਇਆ। ਕੋਠਾ ਸਾਹਿਬ ਵਿਖੇ ਜਿਹੜੀ ਪੋਥੀ ਗੁਰੂ ਰਾਮਦਾਸ ਜੀ ਤੋਂ ਬਖਸ਼ਿਸ਼ ਹੋਈ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਸਮੇਤ ਕੋਠਾ ਸਾਹਿਬ ਰਾਤ ਨੂੰ ਵਿਸਰਾਮ ਕਰਦੇ ਨੇ। ਸਵੇਰੇ ਰਾਮਸਰ ਸਾਹਿਬ ਜੀ ਦੇ ਅਸਥਾਨ 'ਤੇ ਉਹ ਪੋਥੀ ਲਿਆ ਕੇ ਭਾਈ ਗੁਰਦਾਸ ਜੀ ਦੇ ਪਾਸੋਂ ਬਾਣੀ ਲਿਖਵਾਉਂਦੇ ਨੇ, ਉਹਨੂੰ ਸ਼ੁੱਧ ਕਰਦੇ ਨੇ, ਚੈੱਕ ਕਰਦੇ ਨੇ। ਰਾਗਬੱਧ ਕੀਤੀ। ਉਸ ਸਮੇਂ ਦਾ ਨਿਤਨੇਮ ਜਪਜੀ, ਸੋਦਰ ਤੇ ਸੋਹਿਲਾ, 3 ਬਾਣੀਆਂ ਦਾ। ਉਸ ਤੋਂ ਬਾਅਦ ਰਾਗ ਸ਼ੁਰੂ ਹੁੰਦੇ ਨੇ। ਰਾਗ ਵਿੱਚ ਪਹਿਲੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ, ਫਿਰ ਗੁਰੂ ਅਮਰਦਾਸ ਜੀ ਦੀ, ਫਿਰ ਗੁਰੂ ਰਾਮਦਾਸ ਜੀ ਦੀ, ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਫਿਰ ਵਾਰਾਂ ਨੇ 22 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਇਹਨਾਂ ਵਾਰਾਂ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸ਼ਲੋਕ ਵੀ ਨੇ। ਇਹਨਾਂ ਤੋਂ ਬਾਅਦ ਭਗਤਾਂ ਦੀ ਬਾਣੀ ਹੈ। ਪਹਿਲੀ ਬਾਣੀ ਭਗਤ ਕਬੀਰ ਜੀ ਦੀ, ਫਿਰ ਨਾਮਦੇਵ ਜੀ ਦੀ, ਫਿਰ ਇਸ ਤਰ੍ਹਾਂ ਸਾਰੇ ਭਗਤਾਂ ਦੀ ਹੈ। ਅਖੀਰ ਤੇ ਸ਼ਲੋਕ ਵਾਰਾਂ ਤੇ ਵਧੇਕ 9ਵੇਂ ਪਾਤਸ਼ਾਹ ਜੀ ਦੇ ਸ਼ਲੋਕਾਂ ਤੱਕ ਗੱਲ ਜਾਂਦੀ ਹੈ। ਸੰਗਤ, ਇਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਜੀ ਨੇ 9ਵੇਂ ਪਾਤਸ਼ਾਹ ਜੀ ਦੇ ਸ਼ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਕਿਤ ਕੀਤੇ ਨੇ।
ਜਦੋਂ ਬਾਣੀ ਸੰਪੂਰਨ ਹੋਈ, ਸਿੱਖ ਸੰਗਤਾਂ ਨੂੰ ਸੱਦਾ ਭੇਜਿਆ, ਆਓ ਇੱਕ ਨਵਾਂ ਇਨਕਲਾਬ ਸਿੱਖੀ ਵਿੱਚ ਆਉਣ ਲੱਗਾ ਹੈ, ਤੁਹਾਨੂੰ ਹੁਣ ਸ਼ਬਦ ਦੇ ਨਾਲ ਜੋੜਾਂਗੇ। ਅਤੇ ਸੰਗਤਾਂ ਆਈਆਂ। ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਮਸਰ ਸਾਹਿਬ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਰੂਪ ਬਾਬਾ ਬੁੱਢਾ ਜੀ ਦੇ ਸੀਸ ਉੱਪਰ ਟਿਕਾਏ ਗਏ। ਅੱਜ ਅਸੀਂ ਲੋਚਦੇ ਹਾਂ ਬਾਬਾ ਬੁੱਢਾ ਜੀ ਵਰਗੇ ਗ੍ਰੰਥੀ ਸਿੰਘ, ਮੈਨੂੰ ਖਿਮਾ ਕਰਨਾ, ਸੰਗਤ ਦੇ ਵਿੱਚੋਂ ਪੈਦਾ ਹੋਣਗੇ। ਜਦੋਂ ਦੇਣੇ 50 ਪਾਉਂਡ ਕੱਢਣੀਆਂ ਉਹਨੂੰ ਗਾਲਾਂ, ਮੈਨੂੰ ਖਿਮਾ ਕਰਨਾ, ਉਹੋ ਜਿਹਾ ਘਰ ਦਾ ਨੌਕਰ ਨਹੀਂ ਅੱਜ ਰਹਿੰਦਾ ਜਿਹੋ ਜਿਹਾ ਅਸੀਂ ਬਾਬਾ ਬੁੱਢਾ ਜੀ ਦੇ ਸਥਾਨ 'ਤੇ ਬੈਠਣ ਵਾਲੇ ਨੂੰ ਬਣਾ ਦਿੱਤਾ। ਸਾਰੇ ਜ਼ਿੰਮੇਵਾਰ ਹਾਂ। ਕੌਣ ਜ਼ਿੰਮੇਵਾਰ ਨੇ? ਲੋਕ ਜਿਹੜੇ ਘਰਾਂ ਦੇ ਰੱਜੇ ਪੁੱਜੇ ਪੜ੍ਹੇ ਲਿਖੇ ਲੋਕ, ਜਿਹੜੇ ਨਹੀਂ ਸੋਚਦੇ ਕਿ ਸਾਡੇ ਬੱਚੇ ਵੀ ਬਾਬਾ ਬੁੱਢਾ ਜੀ ਵਾਲੀ ਸੇਵਾ ਕਰਨ। ਜਿੰਨਾ ਚਿਰ ਤੁਸੀਂ ਨਹੀਂ ਸੋਚੋਗੇ ਉਹਨਾਂ ਚਿਰ ਇਹ ਸੇਵਾ ਅੱਗੇ ਤੁਰਨੀ ਨਹੀਂ, ਉਹਨਾਂ ਚਿਰ ਬੱਧਾ ਚੱਟੀ ਤਾਂ ਹੋਏਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸ਼੍ਰੀ ਦਰਬਾਰ ਸਾਹਿਬ ਹੁੰਦੇ ਨੇ ਅਤੇ ਮਹਾਰਾਜ ਜੀ ਕਹਿੰਦੇ ਨੇ, ਬੁੱਢਾ ਜੀ ਅਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ, ਅਦਬ ਸਹਿਤ ਸਭ ਗ੍ਰੰਥ ਕੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹਿਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਰਾ ਦਿਨ ਸਿੱਖ ਸੰਗਤਾਂ ਨੇ ਦਰਸ਼ਨ ਕੀਤੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤੀਆਂ। ਰਾਤ ਨੂੰ ਬਾਬਾ ਬੁੱਢਾ ਜੀ ਨੂੰ ਇਸ਼ਾਰਾ ਕੀਤਾ, ਸੁੱਖ ਆਸਨ ਕਰਨਾ ਹੈ, ਅਤੇ ਉਸ ਜਗ੍ਹਾ 'ਤੇ ਜਿੱਥੇ ਅਸੀਂ ਆਰਾਮ ਕਰਦੇ ਸੀ ਪਲੰਗ ਸਾਹਿਬ 'ਤੇ ਸੁੱਖ ਆਸਨ ਹੋਇਆ। ਅਤੇ 10ਵੇਂ ਜਾਮੇ 'ਚ ਸਤਿਗੁਰੂ ਜੀ ਨੇ ਗੁਰਗੱਦੀ ਦੇ ਕੇ ਕਹਿ ਦਿੱਤਾ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਕ ਬਚਨ ਪੰਥ ਦਾ ਚੇਤੇ ਰੱਖਣਾ। ਮਹਾਰਾਜ ਜੀ ਨੇ ਕਿਹਾ ਸੀ, ਜੋ ਪ੍ਰਭ ਕਉ ਮਿਲ ਬੋ ਚਾਹੈ ਖੋਜ, ਇੱਕ ਵਾਰੀ ਸਾਰੇ ਬੋਲਿਓ ਜੀ, ਜੋ ਪ੍ਰਭ ਕਉ ਮਿਲ ਬੋ ਚਾਹੈ ਖੋਜ ਸ਼ਬਦ ਮੈਲੇ। ਸ਼ਬਦ ਦਾ ਖੋਜੀ ਬਣ ਜਾਏ, ਸ਼ਬਦ ਦੇ ਖੋਜੀ। ਤੇ ਮੈਂ 2 ਬੇਨਤੀਆਂ ਕਹਿ ਕੇ ਸਮਾਪਤੀ ਕਰਨੀ ਹੈ। ਸਰੋਪਾ ਜਦੋਂ ਮਿਲ ਜਾਂਦਾ ਨਾ ਉਦੋਂ ਭਾਵ ਹੁੰਦਾ ਸਮਾਪਤੀ ਕਰ ਦਿਓ, ਤਾਂ ਮੈਨੂੰ ਇਸ਼ਾਰਾ ਹੋ ਗਿਆ। 2 ਬੇਨਤੀਆਂ, ਜੇ ਤੁਹਾਨੂੰ ਪ੍ਰਵਾਨ ਹੋਣ ਤਾਂ ਜੈਕਾਰਾ ਛੱਡ ਦਿਓ। ਇੱਕ ਬੇਨਤੀ, ਸੰਗਤ ਪ੍ਰਕਾਸ਼ ਪੁਰਬ 'ਤੇ ਇਕੱਤਰ ਹੋਇਆ, ਆਉਂਦੇ ਪ੍ਰਕਾਸ਼ ਪੁਰਬ ਤੱਕ 1 ਸਾਲ ਹੈ। ਆਓ ਕੋਸ਼ਿਸ਼ ਕਰੀਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਿਜ ਪਾਠ ਕਰੀਏ। ਇਹ ਗੁਰਮਤਾ ਹੈ ਸਾਰੇ ਸੰਸਾਰ ਦੀਆਂ ਸੰਗਤਾਂ ਵਾਸਤੇ। ਅਸੀਂ ਗੁਰਬਾਣੀ ਦਾ ਸਹਿਜ ਪਾਠ ਕਰੀਏ। 1 ਸਾਲ ਲੱਗ ਜਾਏ, ਜੇ 1 ਸਾਲ 'ਚ ਨਹੀਂ ਹੁੰਦਾ 2 ਸਾਲ ਲੱਗ ਜਾਣ, ਕਰਦੇ ਰਹੋ। ਮੈਂ ਇਹੋ ਜਿਹੇ ਗੁਰਮੁਖਾਂ ਦੇ ਸੰਗਤ ਦਰਸ਼ਨ ਕੀਤੇ ਨੇ, ਹਰ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਹਿਜ ਪਾਠ ਦਾ ਭੋਗ ਪਾਉਂਦੇ ਨੇ। ਇੱਕ ਇਹ ਗੁਰਮਤਾ। ਤੇ ਇੱਕ ਬੇਨਤੀ ਨਿਮਰਤਾ ਸਹਿਤ, ਜਦੋਂ ਸਤਿਗੁਰਾਂ ਜੀ ਦੇ ਦਿਹਾੜੇ ਮਨਾਉਂਦੇ ਆ ਨਾ, ਉਦੋਂ ਕਿਸੇ ਵੀ ਸ਼ਖਸੀਅਤ ਨੂੰ ਨਾਲ ਨਾ ਰਲਾਇਆ ਕਰੀਏ। ਸਿਰਫ ਸਤਿਗੁਰਾਂ ਜੀ ਦੇ ਹੀ ਪੁਰਬ ਮਨਾਇਆ ਕਰੀਏ, ਸਾਹਿਬਜ਼ਾਦਿਆਂ ਦੇ ਪੁਰਬ ਹੀ ਮਨਾਇਆ ਕਰੀਏ। ਬਾਕੀ ਜੋ ਮਨਾਉਣਾ ਉਹ ਵੱਖਰਾ ਮਨਾ ਲਈਏ, ਕਿਉਂਕਿ ਮਹਾਰਾਜ ਜੀ ਆਪ ਕਹਿੰਦੇ ਨੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਗੁਰ ਜੈਸਾ ਨਾਹੀ ਕੋ ਸੇ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਸਾਹਿਬ ਜੀ ਦੇ ਗੁਰਪੁਰਬ, ਗੁਰੂ ਸਾਹਿਬ ਜੀ ਦੇ ਦਿਹਾੜੇ ਸਿਰਫ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਮਨਾਈਏ। ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿਰਫ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋ ਕੇ ਮਨਾਈਏ। ਜੇ ਆਪ ਜੀ ਸੰਗਤ ਪ੍ਰਵਾਨ ਕਰਦੇ ਹੋ ਤੇ ਜੈਕਾਰੇ ਨਾਲ ਇਸ ਨੂੰ ਪ੍ਰਵਾਨ ਕਰੋ। ਸੰਗਤ ਕਹਿ ਕੇ ਸਮਾਪਤੀ ਕਰਾਂ। ਗੁਰਮਤਿ ਦਾ ਮਤਲਬ ਹੈ ਕਿ ਅਸੀਂ ਇਹਦੇ 'ਤੇ ਚੱਲਾਂਗੇ। ਮੈਂ ਸੱਦਾ ਹੁਣੇ ਹੀ ਦੇ ਦਿਆਂ, ਕ੍ਰਿਸਮਸ ਦੀ ਈਵ ਨੂੰ ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਉਣਾ ਹੈ। ਇੱਥੇ ਤੁਹਾਡੀ ਉਡੀਕ ਹੋਵੇਗੀ। ਇਸ਼ਤਿਹਾਰ ਪਹੁੰਚ ਜਾਂਦਾ, ਅਸੀਂ ਸੋਚਦੇ ਹਾਂ ਕੋਈ ਨਹੀਂ ਲੰਗਰ ਛਕਣ ਚੱਲ ਜਾਵਾਂਗੇ, ਕੀਰਤਨ ਸੁਣਨ ਵਾਲੇ ਬਹੁਤ ਹੋ। ਉਸ ਨਾਲ ਫੋਨ ਨੰਬਰਾਂ 'ਤੇ ਫੋਨ ਕਰਕੇ ਕਰਿਆ ਕਰੋ ਕਿ ਮੇਰੇ ਲਾਇਕ ਕੀ ਸੇਵਾ ਹੈ। ਲੰਗਰ ਦੀਆਂ ਸੇਵਾਵਾਂ ਨੇ, ਪੰਗਤ ਦੀਆਂ ਸੇਵਾਵਾਂ ਨੇ, ਬਹੁਤ ਸਾਰੀਆਂ ਸੇਵਾਵਾਂ ਨੇ। ਅਸੀਂ ਸੰਗਤ ਵੀ ਹਾਂ, ਅਸੀਂ ਸੇਵਾ ਵੀ ਕਰਨੀ ਹੈ। ਇੱਕ ਮੈਂ ਬੇਨਤੀ ਕਰਦਿਆਂ ਆਪਣੇ ਬੱਚਿਆਂ ਨੂੰ ਜਾ ਕੇ ਇੱਕ ਮੈਸੇਜ ਦੇ ਦਿਓ, ਦੁੱਖ ਹੋਵੇ ਸੁੱਖ ਹੋਵੇ ਮੁਸ਼ਕਿਲ ਹੋਵੇ ਕੁਝ ਵੀ ਹੋਵੇ, ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਕਰਨੀ, ਕਿਸੇ ਮਨੁੱਖ ਅੱਗੇ ਨਹੀਂ, ਕਿਸੇ ਫੋਟੋ ਅੱਗੇ ਨਹੀਂ, ਕਿਸੇ ਮੂਰਤੀ ਅੱਗੇ ਨਹੀਂ। ਜਿੱਦਣ ਅਸੀਂ ਆਪਣਾ ਦੁੱਖ ਸੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਲਿਆ, ਜਿੱਦਣ ਫਿਰ ਉਸ ਹੁਕਮਨਾਮੇ ਨੂੰ ਸੁਣ ਕੇ, ਮੈਂ ਕਹਿੰਦਾ ਅਰਥ ਆਉਣ ਨਾ ਆਉਣ ਕੋਈ ਬਹੁਤ ਜ਼ਰੂਰੀ ਨਹੀਂ। ਮੈਨੂੰ ਇਹੋ ਜਿਹੇ ਭਾਵਨਾ ਵਾਲੇ ਸਿੱਖ ਮਿਲੇ, ਉਹਨਾਂ ਨੂੰ ਅਰਥ ਕੋਈ ਬਹੁਤੇ ਪਤਾ ਨਹੀਂ, ਕਹਿੰਦੇ ਗੁਰੂ ਸਾਹਿਬ ਨੇ ਕਹਿ ਦਿੱਤਾ ਹੁਣ ਕੰਮ ਹੋ ਜਾਣਾ। ਇੰਨੇ ਭਰੋਸੇ ਵਾਲੇ ਨੇ। ਸ਼ੁਰੂ ਕਰੋਗੇ, ਇਹ ਮਰਿਆਦਾਵਾਂ ਬਦਲਣੀਆਂ ਨੇ, ਨਹੀਂ ਬਦਲਣੀ ਤੇ ਧੁਰ ਕੀ ਬਾਣੀ ਨਹੀਂ ਜੇ ਬਦਲਣੀ। ਇਸ ਬਾਣੀ ਦੇ ਨਾਲ ਜੁੜ ਕੇ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਸਾਡੇ ਜੀਵਨ ਦਾ ਉਦੇਸ਼ ਹੈ। ਚੇਤੇ ਰੱਖਿਓ, ਕ੍ਰਿਸਮਸ ਈਵ 'ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਮਿਲਣਾ। ਮੈਂ ਕ੍ਰਿਸਮਸ ਈਵ ਤਾਂ ਕਹਿ ਰਿਹਾ, ਸ਼ਹਾਦਤ ਚੇਤੇ ਨਹੀਂ ਰਹਿਣੀ, ਕ੍ਰਿਸਮਸ ਸਾਰਿਆਂ ਨੂੰ ਚੇਤੇ ਹੈ। ਆਪ ਜੀ ਦਾ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਪਹੁੰਚ ਗਏ ਨੇ, ਬਹੁਤ ਬਹੁਤ ਧੰਨਵਾਦ ਸਾਰੇ ਜਥਿਆਂ ਦਾ। ਭਾਈ ਸਾਹਿਬ ਜੀ ਵੇਲਸ ਤੋਂ ਚੱਲ ਕੇ ਆਏ ਨੇ, ਕਾਰਡਿਫ ਤੋਂ।
ਤੇ ਜਦੋਂ ਮੇਰੇ ਕੋਲ ਆਏ ਕਹਿਣ ਲੱਗੇ ਲਾਗੇ ਦੇ ਸਿੰਘ ਨਹੀਂ ਆਏ, ਤਾਂ ਮੈਨੂੰ ਸਤਿਗੁਰੂ ਦਾ ਬਚਨ ਚੇਤੇ ਆਇਆ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ। ਜੀਓ ਅਸੀਸ ਬਖਸ਼ੋ ਸੰਗਤ, ਜੋ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆਪਣੇ ਜੀਵਨ 'ਚ ਕਮਾ ਸਕਾਂ। ਫਤਿਹ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।